ਅੱਜ ਇਸ ਵੀਡੀਓ ਦੇ ਵਿੱਚ ਅਸੀਂ ਨਿਊ ਟੌਪਿਕ ਸਟਾਰਟ ਕਰ ਰਹੇ ਹਾਂ ਬੱਚੇ, ਕੋਰਿਲੇਸ਼ਨ ਕੁਆਂਟੀਟੇਟਿਵ ਮੈਥਡਸ ਦਾ ਜਾਂ ਨਿਊਮੈਰੀਕਲ ਸਟੈਟਿਕਲ ਨਿਊਮੈਰੀਕਲ ਇਨ ਦਾ ਕੰਪਿਊਟਰ ਸਾਇੰਸ ਸਬਜੈਕਟਸ ਦੇ ਵਿੱਚ ਸਾਨੂੰ ਮਿਲਦਾ ਕੋਰਿਲੇਸ਼ਨ। ਇੰਪੋਰਟੈਂਟ ਟੌਪਿਕ ਹੈ ਸਾਡੇ ਕੋਲ ਸਟੈਟਿਕਲ ਥਿਓਰੀ ਦਾ। ਅਸੀਂ ਇਹ ਤੋਂ ਪਹਿਲਾਂ ਬੱਚੇ ਸਟੱਡੀ ਕੀਤਾ ਹੋਇਆ, ਅਸੀਂ ਨੋਰਮਲੀ ਸਟੱਡੀ ਕਰ ਲੈਂਦੇ ਹਾਂ ਮੀਨ, ਮੀਡੀਅਨ, ਮੋਡ। ਇਹਦੇ ਨਾਲ ਬਹੁਤ ਸਾਰੇ ਸਟੂਡੈਂਟਸ ਫੈਮਲੀਅਰ ਹੋਣਗੇ ਕਿ ਮੀਨ ਕੀ ਹੁੰਦਾ, ਮੀਡੀਅਨ ਕੀ ਹੁੰਦਾ ਜਾਂ ਮੋਡ ਕੀ ਹੁੰਦਾ। ਕਿਸੇ ਟਰਮ ਦੀ ਐਵਰੇਜ ਕੱਢਣੀ, ਕਿਸੇ ਸੀਰੀਜ਼ ਦੀ ਐਵਰੇਜ ਕੱਢਣੀ, ਕਿਸੇ ਸੀਰੀਜ਼ ਦੀ ਮਿਡ ਵੈਲਿਊ ਕੱਢਣੀ ਬੱਚੇ, ਉਹਨੂੰ ਦੋ ਇਕੁਅਲ ਪਾਰਟਸ 'ਚ ਬ੍ਰੇਕ ਕਰਨਾ, ਉਹ ਹੁੰਦਾ ਮੀਡੀਅਨ। ਐਵਰੇਜ ਕੱਢਣੀ, ਉਹ ਹੁੰਦਾ ਮੀਨ। ਕਿਸੇ ਟਰਮ ਦੇ ਵਿੱਚ ਮੋਸਟ ਰਿਪੀਟਡ ਟਰਮ, ਕਿਹੜੀ ਟਰਮ ਸਭ ਤੋਂ ਜ਼ਿਆਦਾ ਰਿਪੀਟ ਹੋ ਰਹੀ ਹੈ, ਉਹ ਕੱਢਣੀ, ਉਹ ਹੁੰਦਾ ਸਾਡੇ ਕੋਲ ਮੋਡ। ਬਹੁਲਕ, ਮੱਧਮਾਨ ਔਰ ਮੱਧਿਕਾ, ਤਿੰਨ ਪੰਜਾਬੀ ਦੇ ਵਿੱਚ ਜੇ ਅਸੀਂ ਇਹਨੂੰ ਟਰਾਂਸਲੇਟ ਕਰੀਏ। ਪਰ ਜਦੋਂ ਤੁਸੀਂ ਇਹ ਮੀਨ, ਮੀਡੀਅਨ, ਮੋਡ ਕੱਢਿਆ ਤਾਂ ਉਹਦੇ ਵਿੱਚ ਬੱਚੇ ਦੇਖੋਗੇ ਕਿ ਸਾਡੇ ਕੋਲ ਕੋਈ ਇੱਕ ਵੇਰੀਏਬਲ ਹੁੰਦਾ ਸੀਗਾ ਜਿਹਦੇ ਰਿਲੇਟਡ ਸਾਨੂੰ ਕੋਈ ਇਨਫੋਰਮੇਸ਼ਨ ਹੁੰਦੀ ਸੀ। ਕੋਈ ਕਲਾਸ ਆ, ਉਹਦੇ ਵਿੱਚ ਜੀ ਇੰਨੇ ਸਟੂਡੈਂਟਸ ਦੇ ਮਾਰਕਸ ਨੇ, 0 ਤੋਂ 10 ਦੇ ਵਿੱਚ ਇੰਨੇ ਸਟੂਡੈਂਟਸ ਦੇ ਮਾਰਕਸ ਨੇ, 10 ਤੋਂ 20 ਦੇ ਵਿੱਚ ਇੰਨੇ ਸਟੂਡੈਂਟਸ ਦੇ ਮਾਰਕਸ ਨੇ। ਜਾਂ ਕੋਈ ਪੋਕਟ ਮਨੀ ਅਸੀਂ ਕਿਸੇ ਸਟੂਡੈਂਟਸ ਨੂੰ ਦੇ ਰਹੇ, 10 ਰੁਪਏ ਦਿੱਤੇ, 20 ਰੁਪਏ ਦਿੱਤੇ, 30 ਰੁਪਏ ਦਿੱਤੇ। ਕੋਈ ਕੰਪਨੀ ਦੀ ਪ੍ਰੋਡਕਸ਼ਨ ਦਿੱਤੀ ਹੋਈ ਆ, ਉਹਨਾਂ ਦੀ ਅਸੀਂ ਮੀਨ, ਮੀਡੀਅਨ, ਮੋਡ ਆ ਜਿਹੜਾ ਉਹ ਫਾਈਂਡ ਕਰਦੇ ਸੀ। ਸੋ ਇਨ ਸੈਂਸ ਕਹੀਏ ਸੀ ਸਾਡੇ ਕੋਲ ਸਿਰਫ ਇੱਕ ਸਿੰਗਲ ਵੇਰੀਏਬਲ ਹੁੰਦਾ ਸੀ ਜਿਹਦੇ ਉੱਤੇ ਅਸੀਂ ਕੋਈ ਸਟੱਡੀ ਕਰਦੇ ਸੀ। ਜਿਹੜਾ ਸਾਡਾ ਕੋਰਿਲੇਸ਼ਨ ਹੈ ਬੱਚੇ, ਜਾਂ ਹੁਣ ਜੋ ਅਸੀਂ ਟੌਪਿਕ ਪੜ੍ਹ ਰਹੇ ਹਾਂ, ਇਹਦੇ ਵਿੱਚ ਅਸੀਂ ਮੋਰ ਦੈਨ ਵਨ ਵੇਰੀਏਬਲ ਦੇ ਉੱਤੇ ਡਿਸਕਸ਼ਨ ਕਰਾਂਗੇ। ਮਤਲਬ ਇੱਕ ਵੇਰੀਏਬਲ ਤੋਂ ਜ਼ਿਆਦਾ ਵੇਰੀਏਬਲ ਦੇ ਜਦੋਂ ਇੱਕ ਟਰਮ ਦੇ ਇੱਕ ਸਮ ਦੇ ਵਿੱਚ ਆ ਜਾਣ, ਉਸ ਟਾਈਮ ਕਿਵੇਂ ਉਹਨੂੰ ਸੋਲਵ ਕਰਨਾ ਜਾਂ ਉਹਨਾਂ ਵਿੱਚ ਕੀ ਰਿਲੇਸ਼ਨ ਹੁੰਦਾ, ਉਹ ਅਸੀਂ ਪੜ੍ਹਨਾ। ਦੇਖੋ ਸਭ ਤੋਂ ਪਹਿਲਾਂ ਕੀ ਆ, ਕਹਿੰਦੇ ਸਾਡੇ ਕੋਲ ਬੀ ਸਟੱਡੀ ਦਾ ਯੂਨੀਵਰਟਾਈਟ, ਮਤਲਬ ਸਿੰਗਲ ਵੇਰੀਏਟ ਐਨਾਲਿਸਿਸ ਅਸੀਂ ਕਰ ਚੁੱਕੇ ਆ ਪਹਿਲਾਂ, ਜਿਹਦੇ ਵਿੱਚ ਮੀਨ, ਮੀਡੀਅਨ, ਮੋਡ ਆਉਂਦੇ ਨੇ, ਸਟੈਂਡਰਡ ਡੈਵੀਏਸ਼ਨ ਆਉਂਦੇ ਨੇ ਵਿੱਚ, ਮੀਨ ਡੈਵੀਏਸ਼ਨ ਵਗੈਰਾ ਜੋ ਅਸੀਂ ਪਿੱਛੇ ਕਰ ਚੁੱਕੇ ਹਾਂ। ਸੋ ਇਸ ਚੈਪਟਰ ਦੇ ਵਿੱਚ ਅਸੀਂ ਨੇ ਕੀ ਪੜ੍ਹਨਾ, 2 ਵੇਰੀਏਬਲ ਐਨਾਲਿਸਿਸ ਕਰਨਾ। 2 ਵੇਰੀਏਬਲ ਦਾ ਮਤਲਬ ਹੁਣ ਸਾਡੇ ਕੋਲ 2 ਵੇਰੀਏਬਲ ਲੈ ਕੇ ਚੱਲਾਂਗੇ। ਵੈਸੇ ਤਾਂ ਬੱਚੇ ਅਸੀਂ 2 ਤੋਂ ਵੱਧ ਵੇਰੀਏਬਲ ਦਾ ਵੀ ਅਸੀਂ ਰਿਲੇਸ਼ਨ ਫਾਈਂਡ ਕਰ ਸਕਦੇ ਹਾਂ, ਬਟ ਇਨ ਦੇ ਪ੍ਰੈਜ਼ੈਂਟ ਅਸੀਂ ਸਿਰਫ 2 ਵੇਰੀਏਬਲ ਤੱਕ ਇਹਨੂੰ ਫਾਈਂਡ ਕਰਕੇ ਦੇਖੋ। ਕਹਿੰਦੇ ਬੱਚੇ ਸਾਡੇ ਕੋਲ ਜਦੋਂ ਅਸੀਂ ਸੋਲਵ ਕਰਨੀ ਆ ਕੋਈ ਪ੍ਰੋਬਲਮ, ਬਹੁਤ ਸਾਰੇ ਵੇਰੀਏਬਲਸ ਹੋ ਸਕਦੇ ਨੇ। ਸਿੰਪਲ ਐਗਜ਼ਾਮਪਲ ਬੱਚੇ ਆਪਣੀ ਲਾਈਫ 'ਚੋਂ ਲਈਏ, ਅਸੀਂ ਆਪਣੀ ਲਾਈਫ ਲਈਏ ਜਾਂ ਸਾਡੀ ਇਹ ਕਹਿ ਲਓ ਕਿ ਸਾਡਾ ਜੀਣ ਦਾ ਢੰਗ ਕਿਸ ਤਰ੍ਹਾਂ ਦਾ। ਹੁਣ ਸਾਡੀ ਜਿਹੜੀ ਬੱਚੇ ਲਿਵਿੰਗ ਹੋਏਗੀ, ਉਹਨੂੰ ਕਿੰਨੇ ਫੈਕਟਰ ਜਿਹੜੇ ਉਹ ਪ੍ਰਭਾਵਿਤ ਕਰਨਗੇ। ਹੁਣ ਸਭ ਤੋਂ ਪਹਿਲਾਂ ਕੀ ਹੈ, ਜਿਹੋ ਜਿਹੀ ਸਾਡੀ ਇਨਕਮ ਹੋਊਗੀ, ਉਹੇ ਜਿਹੇ ਸਾਡੇ ਕੀ ਹੋਣਗੀਆਂ, ਡਿਮਾਂਡਸ ਹੋਣਗੀਆਂ, ਉਹੇ ਜਿਹੇ ਸਾਡੇ ਐਕਸਪੈਂਸਿਵਸ ਹੋਣਗੇ। ਜੇ ਇਨਕਮ ਘੱਟ ਆਪਾਂ ਫਿਰ ਵੀ ਸੋਚ ਕੇ ਖਰਚਾ ਕਰਾਂਗੇ, ਨਹੀਂ ਇੰਨਾ ਕਰਦੇ ਆ, ਇਹ 'ਚੋਂ ਬਚਾ ਲੈਣੇ, ਇਹ 'ਚੋਂ ਬਚਾ ਲੈਣੇ। ਸੋ ਪਹਿਲਾ ਫੈਕਟਰ ਇਨਕਮ ਇਹਨੂੰ ਕੀ ਕਰ ਰਿਹਾ, ਇਫੈਕਟ ਕਰ ਰਿਹਾ। ਦੂਸਰਾ ਸਾਡੇ ਕੋਲ ਆਲੇ ਦੁਆਲੇ ਦਾ ਮਾਹੌਲ ਕਿਹੋ ਜਿਹਾ, ਵਿੱਚ ਸਾਡੀ ਸੁਸਾਇਟੀ ਕਿਹੋ ਜਿਹੀ ਆ, ਕਿਸ ਤਰ੍ਹਾਂ ਦੇ ਉਹਦੇ ਵਿੱਚ ਲੋਕ ਵਿਚਰਦੇ ਨੇ, ਉਹਨਾਂ ਦੀ ਸੋਚ ਕਿਹੋ ਜਿਹੀ ਆ, ਉਹ ਵੀ ਇਫੈਕਟ ਕਰਦੀ ਆ। ਫਿਰ ਆਪਣੀ ਸੋਚ ਵੀ ਮੇਬੀ ਉਹੋ ਜਿਹੀ ਹੋ ਜਾਂਦੀ ਆ। ਸਾਡੀ ਜਿਹੜੀ ਐਜੂਕੇਸ਼ਨ ਆ, ਅਸੀਂ ਕਿੰਨੇ ਕੁ ਪੜ੍ਹੇ ਲਿਖੇ ਹਾਂ, ਜਾਂ ਸਾਡੇ ਏਰੀਆ ਕਿਹੋ ਜਿਹਾ, ਉਹਦੇ ਵਿੱਚ ਕਿੰਨੇ ਕੁ ਪੜ੍ਹੇ ਲਿਖੇ ਨੇ, ਐਜੂਕੇਸ਼ਨ ਡਿਪੈਂਡ ਕਰਦੇ। ਸਾਡੀ ਫੈਮਿਲੀ ਦੇ ਵਿੱਚ ਐਜੂਕੇਸ਼ਨ ਕੀ ਸੀ। ਸੋ ਇੱਕ ਸਾਡੀ ਲਿਵਿੰਗ ਨੂੰ ਬੱਚੇ ਜਿਵੇਂ ਕਿੰਨੇ ਫੈਕਟਰਸ ਨੇ ਜਿਹੜੇ ਉਹ ਕੀ ਕਰ ਰਹੇ ਨੇ, ਇਫੈਕਟ ਕਰ ਰਹੇ ਨੇ। ਇਹ ਸਾਰੇ ਕੀ ਹੋ ਗਏ, ਵੇਰੀਏਬਲਸ ਹੋ ਗਏ। ਹੁਣ ਇਹ ਇੱਕ ਤੋਂ ਜ਼ਿਆਦਾ ਵੇਰੀਏਬਲਸ ਹੋ ਗਏ, ਇਹੋ ਜਿਹੇ ਵੇਰੀਏਬਲ ਜੋ ਆਪਸ ਦੇ ਵਿੱਚ ਕੀ ਹੋਣਗੇ, ਲਿੰਕ ਹੋਣਗੇ, ਕਿਸੇ ਨਾ ਕਿਸੇ ਤਰੀਕੇ ਨਾਲ ਰਿਲੇਟ ਹੋਣਗੇ। ਇਹੀ ਸਟੱਡੀ ਨੂੰ ਅਸੀਂ ਕੀ ਬੋਲਦੇ ਹਾਂ, ਕੋਰਿਲੇਸ਼ਨ। ਸੋ ਜਦੋਂ ਸਾਡੇ ਕੋਲ ਇੱਕ ਤੋਂ ਜ਼ਿਆਦਾ ਵੇਰੀਏਬਲ ਆ ਜਾਂਦੇ ਨੇ, ਉਹਨਾਂ ਵੇਰੀਏਬਲ ਦੇ ਵਿੱਚ ਕੀ ਰਿਲੇਸ਼ਨ ਆ, ਆਪਸ ਦੇ ਵਿੱਚ ਉਹ ਕਿਵੇਂ ਰਿਲੇਟ ਨੇ, ਇੱਕ ਦੇ ਵਧਣ ਨਾਲ ਦੂਸਰਾ ਵੱਧ ਰਿਹਾ ਜਾਂ ਇੱਕ ਦੇ ਘਟਣ ਨਾਲ ਦੂਸਰਾ ਘਟ ਰਿਹਾ, ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ, ਕੋਰਿਲੇਸ਼ਨ ਬੋਲਦੇ ਹਾਂ। ਅੱਜ ਤੋਂ ਇਸ ਵਿੱਚ ਮੈਂ ਕਲੀਅਰ ਕੀਤਾ ਆਪਣੀ ਵੀ ਅਸੀਂ ਸਿੰਪਲ ਲੈਂਗੁਏਜ 'ਚ ਕੋਰਿਲੇਸ਼ਨ ਨੂੰ ਕਿਵੇਂ ਪੜ੍ਹ ਸਕਦੇ ਹਾਂ। ਸੋ ਦੇਖੋ ਕੀ ਕਹਿੰਦੇ ਇਨ ਸਮ ਪ੍ਰੋਬਲਮ ਦੀ ਵੇਰੀਏਬਲਸ ਆਰ ਸਟੱਡੀਡ ਸਾਈਮਲਟੇਨੀਅਸਲੀ ਟੂ ਸੀ ਹਾਊ ਦੇ ਆਰ ਇੰਟਰਲੇਟਡ। ਕਹਿੰਦੇ ਸਾਨੂੰ ਇਹ ਪੜ੍ਹਨਾ ਪੈਂਦਾ ਕਿ ਉਹ ਆਪਸ ਦੇ ਵਿੱਚ ਕਿਵੇਂ ਜੁੜੇ ਹੋਏ ਨੇ, ਉਹਨਾਂ ਦੇ ਵਿੱਚ ਕੀ ਰਿਲੇਸ਼ਨਸ਼ਿਪ ਆ। ਦੈਨ ਉਸ ਸਟੱਡੀ ਨੂੰ ਅਸੀਂ, ਰਿਲੇਸ਼ਨਸ਼ਿਪ ਦੀ ਸਟੱਡੀ ਨੂੰ ਅਸੀਂ ਕੀ ਬੋਲਦੇ ਹਾਂ, ਕੋਰਿਲੇਸ਼ਨ ਬੋਲਦੇ ਹਾਂ। ਕੋਰਿਲੇਸ਼ਨ ਇਜ਼ ਅ ਮੈਜ਼ਰ ਆਫ ਡਿਗਰੀ ਆਫ ਅ ਰਿਲੇਸ਼ਨਸ਼ਿਪ ਬਿਟਵੀਨ 2 ਔਰ ਮੋਰ ਵੇਰੀਏਬਲ। ਕਹਿੰਦੇ 2 ਜਾਂ 2 ਤੋਂ ਵੱਧ ਵੇਰੀਏਬਲ ਦੇ ਵਿੱਚ ਆਪਸ ਦੇ ਵਿੱਚ ਕੀ ਰਿਲੇਸ਼ਨਸ਼ਿਪ ਆ, ਉਸ ਰਿਲੇਸ਼ਨਸ਼ਿਪ ਦਾ ਕੀ ਹਾਈ ਰਿਲੇਸ਼ਨ ਆ, ਲੋਅਰ ਰਿਲੇਸ਼ਨ ਆ, ਜਾਂ ਕਿੰਨਾ ਕਿ ਇੱਕ ਦੂਸਰੇ ਨੂੰ ਇਫੈਕਟ ਕਰਦੇ ਨੇ, ਡਿਗਰੀ ਕਿੰਨੀ ਆ ਉਹਦੀ, ਉਹ ਚੀਜ਼ ਸਾਰੇ ਨੂੰ ਵਿੱਚ ਫਾਈਂਡ ਆਊਟ ਕਰਨਾ, ਉਹਦੀ ਸਾਰੀ ਦੀ ਸਟੱਡੀ ਕਰਨਾ, ਉਹਨੂੰ ਅਸੀਂ ਕੀ ਬੋਲਦੇ ਹਾਂ, ਕੋਰਿਲੇਸ਼ਨ ਬੋਲਦੇ ਹਾਂ। ਫੋਰ ਐਗਜ਼ਾਮਪਲ ਕਹਿੰਦੇ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ, ਇਨ ਅ ਜਰਨਲੀ ਫਾਊਂਡ ਦੈਟ ਡਿਊਰਿੰਗ ਵੇਕੇਸ਼ਨ ਦਾ ਸੇਲ ਆਫ ਅ ਕਾਲਜ ਕੈਂਟੀਨ ਰਿਡਿਊਸ। ਕਹਿੰਦਾ ਬੱਚੇ 2 ਫੈਕਟਰ ਆਪਸ 'ਚ ਕਿਵੇਂ ਜੁੜੇ ਹੋ ਸਕਦੇ ਨੇ। ਉਹਨੇ 2 ਫੈਕਟਰ ਲੈ ਲਏ, ਇੱਕ ਤਾਂ ਸਾਡੀ ਵਿਕੇਸ਼ਨ ਲੈ ਲਈ, ਕਹਿੰਦਾ ਉਹਦੇ ਵਿੱਚ ਕਾਲਜ ਦੀ ਕੰਟੀਨ ਦੇ ਵਿੱਚ ਬੱਚੇ ਜਦੋਂ ਵਿਕੇਸ਼ਨ ਆ ਤਾਂ ਕਾਲਜ 'ਚ ਕੋਈ ਜਾਏਗਾ ਹੀ ਨਹੀਂ, ਤਾਂ ਕੰਟੀਨ ਤੋਂ ਕੌਣ ਖਰੀਦੂਗਾ। ਸੋ ਜੇ ਵਿਕੇਸ਼ਨ ਦੇ ਨਾਲ ਸਾਡੀ ਕਾਲਜ ਦੀ ਕੰਟੀਨ ਦੀ ਜਿਹੜੀ ਸੇਲ ਆ ਉਹ ਡਿਪੈਂਡ ਕਰਦੀ ਆ। ਜੇ ਵਿਕੇਸ਼ਨ ਹੋਊਗੀ, ਕਾਲਜ ਬੰਦ ਹੋਊਗਾ, ਸਟੂਡੈਂਟਸ ਨਹੀਂ ਆਉਣਗੇ, ਤਾਂ ਕੰਟੀਨ ਤੋਂ ਕੁਛ ਵਿਕਰੀ ਨਹੀਂ ਹੋਊਗੀ, ਤਾਂ ਉਹਦੀ ਸੇਲ ਨਹੀਂ ਹੋਣੀ। ਜੇ ਸਾਡੇ ਕੋਲ
ਕਹਿੰਦੇ ਸੋ ਇੱਕ ਦੂਸਰੇ ਨੂੰ ਇਹ ਇੱਕ ਨੂੰ ਕੀ ਕਰ ਰਿਹਾ, ਇਫੈਕਟ ਕਰ ਰਿਹਾ। ਸੋ ਇਹਦੀ ਸਟੱਡੀ ਨੂੰ ਕਿੰਨਾ ਕੁ ਇਫੈਕਟ ਹੋ ਰਿਹਾ, ਕਿਸ ਤਰ੍ਹਾਂ ਨਾਲ ਇਫੈਕਟ ਹੋ ਰਿਹਾ, ਇਹੀ ਸਾਡਾ ਕੀ ਆ, ਕੋਰਿਲੇਸ਼ਨ ਆ। ਅੱਗੇ ਕੋਰਿਲੇਸ਼ਨ ਦੇ ਸਾਡੇ ਕੋਲ ਬਹੁਤ ਸਾਰੇ ਮੈਥਾਮੈਟੀਸ਼ੀਅਨ ਜਸਟ ਨੇ ਐਗਜ਼ਾਮਪਲ ਡੈਫੀਨੇਸ਼ਨਸ ਦਿੱਤੀਆਂ ਨੇ। ਕਹਿੰਦੇ ਵੈਨ ਦਾ ਰਿਲੇਸ਼ਨਸ਼ਿਪ is a quantitative nature, the appropriate statistical tool for the discovering and measuring the relationship and expressing it in the brief formula। ਕਹਿੰਦੇ ਜਦੋਂ ਸਾਡੇ ਕੋਲ ਉਹਨਾਂ ਜੋ ਵੇਰੀਏਬਲ ਨੇ ਉਹਨਾਂ ਦੇ ਵਿੱਚ ਜਿਹੜਾ ਰਿਲੇਸ਼ਨਸ਼ਿਪ ਆ ਉਹਨੂੰ ਅਸੀਂ ਨੇ ਡਿਸਕਵਰ ਕਰਨਾ ਹੋਵੇ, ਉਹਨੂੰ ਮੈਜ਼ਰ ਕਰਨਾ ਹੋਵੇ, ਤਾਂ ਉਹਦੀ ਜਿਹੜੀ ਇੱਕ ਟੂਲ ਅਸੀਂ ਮੈਥਾਮੈਟੀਕਲ ਟੂਲ ਯੂਜ਼ ਕਰਾਂਗੇ, ਜੋ ਕੁਆਂਟੀਟੇਟਿਵ ਟੂਲ ਯੂਜ਼ ਕਰਾਂਗੇ, ਉਹ ਸਾਡੇ ਕੋਲ ਕੀ ਹੋਏਗੀ, ਕੋਰਿਲੇਸ਼ਨ ਕਹਾਏਗੀ। ਸੋ ਬੱਚੇ ਆਈ ਹੋਪ ਕਿ ਕੋਰਿਲੇਸ਼ਨ ਸਾਨੂੰ ਪਤਾ ਲੱਗ ਗਿਆ ਹੋਏਗਾ ਕਿ ਕੋਰਿਲੇਸ਼ਨ ਕੀ ਹੁੰਦਾ। ਜਦੋਂ ਅਸੀਂ ਇੱਕ ਤੋਂ ਜ਼ਿਆਦਾ ਵੇਰੀਏਬਲ ਦੀ ਸਟੱਡੀ ਕਰਦੇ ਹਾਂ ਤਾਂ ਉਹ ਵੇਰੀਏਬਲ ਆਪਸ ਦੇ ਵਿੱਚ ਕਿਵੇਂ ਜੁੜੇ ਹੋਏ ਨੇ। ਜਿਵੇਂ ਐਕਸ ਅਤੇ ਵਾਈ ਅਸੀਂ ਵੇਰੀਏਬਲ ਹੈ, ਹੁਣ ਜੇ ਵਿੱਚ ਅਸੀਂ ਕਹੀਏ ਕਿ ਵਾਈ ਐਕਸ 'ਤੇ ਡਿਪੈਂਡ ਕਰਦਾ, ਜੇ ਅਸੀਂ ਐਕਸ ਨੂੰ ਇਨਕਰੀਜ਼ ਕਰਾਂਗੇ ਵਾਈ ਵੀ ਕੀ ਹੋਊਗਾ, ਇਨਕਰੀਜ਼ ਹੋਊਗਾ। ਐਕਸ ਨੂੰ ਡਿਕਰੀਜ਼ ਕਰਾਂਗੇ ਜੇ ਵਾਈ ਵੀ ਕੀ ਹੋ ਰਿਹਾ, ਡਿਕਰੀਜ਼ ਹੋ ਰਿਹਾ, ਤਾਂ ਆਪਸ ਦੇ ਵਿੱਚ ਰਿਲੇਟ ਹੋ ਗਏ। ਇਹੀ ਰਿਲੇਸ਼ਨ ਦੀ ਸਟੱਡੀ ਨੂੰ ਅਸੀਂ ਕੀ ਬੋਲਦੇ ਹਾਂ, ਕੋਰਿਲੇਸ਼ਨ ਬੋਲਦੇ ਹਾਂ। ਅੱਗੇ ਆਏਗਾ ਬੱਚੇ ਕੋਰਿਲੇਸ਼ਨ ਕਿੰਨੀ ਤਰ੍ਹਾਂ ਦਾ, ਕਹਿੰਦੇ ਕਿਵੇਂ ਕੋਰਿਲੇਸ਼ਨ ਹੋ ਸਕਦਾ। ਅਸੀਂ ਇਹਨੂੰ 3 ਤਰੀਕਿਆਂ ਦੇ ਨਾਲ ਡਿਵਾਈਡ ਕਰਕੇ ਪੜ੍ਹ ਸਕਦੇ ਹਾਂ ਬੱਚੇ। ਪਹਿਲਾ ਹੈਗਾ ਡਾਇਰੈਕਸ਼ਨ ਆਫ ਚੇਂਜ, ਦੂਸਰਾ ਹੈਗਾ ਚੇਂਜ ਇਨ ਪ੍ਰੋਪੋਰਸ਼ਨ, ਤੀਸਰਾ ਹੈਗਾ ਨੰਬਰ ਆਫ ਵੇਰੀਏਬਲ। ਸਭ ਤੋਂ ਪਹਿਲਾਂ ਅਸੀਂ ਕਰ ਰਹੇ ਹਾਂ ਬੱਚੇ ਡਾਇਰੈਕਸ਼ਨ ਦੇ ਬੇਸਿਸ 'ਤੇ ਚੇਂਜ। ਬੱਚੇ ਸਿੱਧਾ ਕਿ ਇਹ ਕਹਿੰਦੇ ਜਿਵੇਂ ਹੁਣ ਡਾਇਰੈਕਸ਼ਨ ਕੀ ਹੋਏਗੀ, ਜੇ ਅਸੀਂ ਕਿਸੇ ਵੇਰੀਏਬਲ ਨੂੰ ਪੋਜ਼ੀਟਿਵ ਸਾਈਡ ਨੂੰ ਜਾਂ ਇਨਕਰੀਜ਼ ਕਰ ਰਹੇ ਹਾਂ ਤਾਂ ਉਹਦੇ ਨਾਲ ਜਿਹੜਾ ਸਾਡਾ ਫੰਕਸ਼ਨ ਆ ਉਹ ਵੀ ਕੀ ਹੋਈ ਜਾਵੇ, ਇਨਕਰੀਜ਼ ਹੋਈ ਜਾਵੇ। ਪਹਿਲਾਂ ਉਰੇ ਵੈਲਿਊ ਸੀ, ਇਹਦੀ ਉਰੇ ਸੀ, ਫਿਰ ਇਹਦੀ ਵੈਲਿਊ ਉਰੇ ਆ, ਇਹਦੀ ਵੈਲਿਊ ਇਨਕਰੀਜ਼ ਹੋ ਗਈ, ਫਿਰ ਹੋਰ ਇਨਕਰੀਜ਼ ਹੋ ਗਈ। ਕਹਿੰਦੇ ਜਦੋਂ ਸਾਡੇ ਕੋਲ ਕੋਈ ਦੋ ਵੇਰੀਏਬਲ ਦੇ ਵਿੱਚ ਇਸ ਤਰ੍ਹਾਂ ਦਾ ਰਿਲੇਸ਼ਨ ਹੈ ਕਿ ਇੱਕ ਨੂੰ ਜਦੋਂ ਇਨਕਰੀਜ਼ ਕੀਤਾ ਦੂਸਰਾ ਵੀ ਸਾਡੇ ਕੋਲ ਕੀ ਹੋਵੇ, ਇਨਕਰੀਜ਼ਿੰਗ ਫਾਰਮ ਦੇ ਵਿੱਚ ਹੀ ਹੋਵੇ, ਉਹਨੂੰ ਅਸੀਂ ਕੀ ਬੋਲਾਂਗੇ, ਸਾਡੇ ਕੋਲ ਉਸ ਡਾਇਰੈਕਸ਼ਨ ਦੇ ਵਿੱਚ ਹੀ, ਸੇਮ ਡਾਇਰੈਕਸ਼ਨ ਦੇ ਵਿੱਚ ਕੀ ਕਰ ਰਿਹਾ, ਉਹ ਚੇਂਜ ਕਰ ਰਿਹਾ। ਦੇਖੋ ਅੱਗੇ ਕੀ ਕਹਿ ਰਿਹਾ ਬੱਚੇ, ਕਹਿੰਦਾ ਇਹਦੇ ਵਿੱਚ ਸਾਡੇ ਕੋਲ ਜਿਹੜੀ ਡਾਇਰੈਕਸ਼ਨ ਉਹਦੇ ਵਿੱਚ ਦੋ ਤਰ੍ਹਾਂ ਦੇ ਚੇਂਜਿਸ ਅੱਗੇ ਦੋ ਤਰੀਕੇ ਨਾਲ ਡਿਵਾਈਡ ਆ, ਇੱਕ ਹੈਗਾ ਪੋਜ਼ੀਟਿਵ ਅਤੇ ਦੂਸਰਾ ਹੈਗਾ ਨੈਗੇਟਿਵ। ਕਹਿੰਦੇ ਵੈਨ 2 ਵੇਰੀਏਬਲਸ ਮੂਵ ਇਨ ਦ ਸੇਮ ਡਾਇਰੈਕਸ਼ਨ। ਦੇਖੋ ਅਗੇਨ ਜੇ ਕਹਿੰਦੇ ਸਾਡੇ ਕੋਲ ਇੱਕ ਇਨਕਰੀਜ਼ ਹੋ ਰਿਹਾ ਦੂਸਰਾ ਵੀ ਇਨਕਰੀਜ਼ ਹੋਊ, ਜੇ ਇੱਕ ਡਿਕਰੀਜ਼ ਹੋ ਰਿਹਾ ਤਾਂ ਦੂਸਰਾ ਵੀ ਕੀ ਹੋਊਗਾ, ਡਿਕਰੀਜ਼ ਹੋਵੇ, ਮਤਲਬ ਸੇਮ ਡਾਇਰੈਕਸ਼ਨ ਦੇ ਵਿੱਚ ਉਹ ਮੂਵ ਕਰਦੇ ਹੋਣ, ਉਹਨੂੰ ਅਸੀਂ ਕੀ ਬੋਲਦੇ ਹਾਂ, ਪੋਜ਼ੀਟਿਵ ਕੋਰਿਲੇਸ਼ਨ ਬੋਲਦੇ ਹਾਂ। ਜਿਵੇਂ ਫੋਰ ਐਗਜ਼ਾਮਪਲ ਉਹਨੇ ਕਿਹਾ ਬੱਚੇ ਪ੍ਰਾਈਸ ਅਤੇ ਕੁਆਂਟਿਟੀ। ਕਹਿੰਦਾ ਜਦੋਂ ਪ੍ਰਾਈਸ 1 ਸੀਗਾ ਕੁਆਂਟਿਟੀ 8 ਸੀ, ਪ੍ਰਾਈਸ ਵਧਿਆ ਕੁਆਂਟਿਟੀ ਵਧੀ, ਪ੍ਰਾਈਸ ਵਧਿਆ ਕੁਆਂਟਿਟੀ ਵਧੀ, ਪ੍ਰਾਈਸ ਵਧਿਆ ਕੁਆਂਟਿਟੀ ਵਧੀ, ਪ੍ਰਾਈਸ ਵਧਿਆ ਕੁਆਂਟਿਟੀ ਵਧੀ। ਹਰੇਕ ਚੀਜ਼ ਕੀ ਕਰ ਰਹੀ ਹੈ ਸਾਡੇ ਕੋਲ ਕੀ ਸੇਮ ਇਨਕਰੀਜ਼ਿੰਗ ਫਾਰਮ ਦੇ ਵਿੱਚ ਹੀ ਜਾ ਰਹੀ ਹੈ, ਤਾਂ ਇਹਨੂੰ ਅਸੀਂ ਕੀ ਬੋਲਾਂਗੇ, ਪੋਜ਼ੀਟਿਵ ਕੋਰਿਲੇਸ਼ਨ। ਸੈਕਿੰਡ ਕੀ ਕਹਿ ਰਿਹਾ, ਕਹਿੰਦੇ ਵਿੱਚ ਨੈਗੇਟਿਵ ਕੋਰਿਲੇਸ਼ਨ। ਨੈਗੇਟਿਵ ਕੋਰਿਲੇਸ਼ਨ ਦੇ ਵਿੱਚ ਕੀ ਹੈ, ਵੈਨ 2 ਵੇਰੀਏਬਲ ਆਰ ਮੂਵ ਇਨ ਦ ਆਪੋਜ਼ਿਟ ਡਾਇਰੈਕਸ਼ਨ ਦੈਟ ਇਜ਼ 1 ਵੇਰੀਏਬਲ ਇਨਕਰੀਜ਼ ਐਂਡ ਅਦਰ ਇਜ਼ ਡਿਕਰੀਜ਼। ਬੱਚੇ ਕਹਿੰਦਾ ਜੇ ਦੋ ਵੇਰੀਏਬਲ ਨੇ ਤਾਂ ਇੱਕ ਜਿਵੇਂ ਇਨਕਰੀਜ਼ ਹੁੰਦਾ ਦੂਸਰਾ ਕੀ ਕਰਦਾ ਜਾਏਗਾ, ਡਿਕਰੀਜ਼, ਮਤਲਬ ਇਸ ਤਰ੍ਹਾਂ ਦੀ ਫਾਰਮ ਨਾਲ ਡਿਕਰੀਜ਼ ਫਾਰਮ ਦੇ ਵਿੱਚ ਹੋਊਗਾ। ਜਿਵੇਂ ਕਹਿੰਦੇ ਅਸੀਂ ਪ੍ਰਾਈਜ਼ ਲਿਆ, ਜੇ ਪ੍ਰਾਈਜ਼ 1 ਸੀ ਤਾਂ ਡਿਮਾਂਡ ਕਿੰਨੀ ਸੀ, 15 ਸੀ, ਪ੍ਰਾਈਜ਼ ਵਧਿਆ ਡਿਮਾਂਡ ਘਟੀ, ਪ੍ਰਾਈਜ਼ ਵਧਿਆ ਡਿਮਾਂਡ ਘਟੀ, ਪ੍ਰਾਈਜ਼ ਵਧਿਆ ਡਿਮਾਂਡ ਘਟੀ। ਪ੍ਰਾਈਜ਼ ਤਾਂ ਵੱਧਦਾ ਜਾ ਰਿਹਾ ਪਰ ਡਿਮਾਂਡ ਕੀ ਕਰ ਰਹੀ ਆ, ਘਟਦੀ ਜਾ ਰਹੀ ਹੈ। ਇਸ ਤਰ੍ਹਾਂ ਦੇ ਕੋਰਿਲੇਸ਼ਨ ਨੂੰ ਅਸੀਂ ਕੀ ਬੋਲਦੇ ਹਾਂ, ਨੈਗੇਟਿਵ ਕੋਰਿਲੇਸ਼ਨ ਬੋਲਦੇ ਹਾਂ। ਇਹ ਸੀਗੀ ਬੱਚੇ ਬੇਸਡ ਔਨ ਦਾ ਡਾਇਰੈਕਸ਼ਨ ਦੇ ਬੇਸਿਸ 'ਤੇ ਕੋਰਿਲੇਸ਼ਨ ਕਿੰਨੀ ਤਰ੍ਹਾਂ ਦੀ। ਜੇ ਸਾਡੇ ਕੋਲ ਦੋਨੋਂ ਸੇਮ ਡਾਇਰੈਕਸ਼ਨ 'ਚ ਮੂਵ ਕਰ ਰਹੀਆਂ ਨੇ ਤਾਂ ਪੋਜ਼ੀਟਿਵ ਹੁੰਦਾ, ਜੇ ਆਪੋਜ਼ਿਟ ਸਾਈਡ 'ਚ ਮੂਵ ਕਰ ਰਹੀਆਂ ਤਾਂ ਨੈਗੇਟਿਵ ਕੋਰਿਲੇਸ਼ਨ ਹੋਏਗਾ। ਅੱਗੇ ਹੈਗਾ ਬੱਚੇ ਚੇਂਜਿਸ ਇਨ ਦਾ ਪ੍ਰਪੋਰਸ਼ਨ ਦੇ ਅਕੋਰਡਿੰਗ ਸਾਡੇ ਕੋਲ ਕਿੰਨੀ ਚੇਂਜਿਸ ਹੋ ਸਕਦੀਆਂ ਨੇ। ਕਹਿੰਦੇ ਪ੍ਰਪੋਰਸ਼ਨ ਦੇ ਅੱਗੇ ਬੱਚੇ ਦੋ ਤਰ੍ਹਾਂ ਦੇ ਨੇ, ਲੀਨੀਅਰ ਕੋਰਿਲੇਸ਼ਨ ਅਤੇ ਨੋਨ ਲੀਨੀਅਰ। ਪ੍ਰਪੋਰਸ਼ਨ ਕੀ ਹੁੰਦੀ ਹੈ ਬੱਚੇ, ਪ੍ਰਪੋਰਸ਼ਨ ਦਾ ਮਤਲਬ ਹੁੰਦਾ ਸਾਡੇ ਕੋਲ ਰੇਸ਼ੋ ਦੇ ਵਿੱਚ ਅਸੀਂ ਕੰਮ ਕਰਨਾ। ਜਿਵੇਂ ਇੱਕ ਵੇਰੀਏਬਲ ਹੈ ਐਕਸ ਅਤੇ ਬੱਚੇ ਦੂਸਰਾ ਵੇਰੀਏਬਲ ਆ ਵਾਈ, ਇਹਨਾਂ ਦੇ ਵਿੱਚ ਰੇਸ਼ੋ ਆ 1:2, ਤਾਂ ਅੱਗੇ ਇਹ 1:2 ਦੇ ਨਾਲ ਹੀ ਚੇਂਜ ਹੋਣਾ ਚਾਹੀਦਾ, ਮਤਲਬ ਇਹਦੀ ਮਲਟੀਪਲਾਈ ਵੀ ਸਿਮਿਲਰ ਨਾਲ ਹੋਣੀ ਚਾਹੀਦੀ ਆ। ਇਹ ਹੋ ਗਿਆ 2 4, ਜੇ ਕਟਿੰਗ ਕਰੋਗੇ ਅਗੇਨ 1:2 ਆਊ। ਫਿਰ ਲੈ ਲਓ ਬੱਚੇ 3 6, ਇਹਨਾਂ ਦੀ ਵੀ ਕਟਿੰਗ ਕਰੋਗੇ ਤਾਂ 1:2 ਹੀ ਆਊਗਾ ਕਿਉਂਕਿ ਆਪਸ 'ਚ ਕੱਟ ਹੋ ਰਹੇ ਨੇ। ਫਿਰ 4:8। ਦੇਖੋ ਚੇਂਜਿਸ ਤਾਂ ਆ ਰਹੇ ਨੇ ਬਟ ਸੇਮ ਰੇਸ਼ੋ 'ਚ ਆ ਰਹੇ ਨੇ, 1:2 ਦੀ ਰੇਸ਼ੋ ਦੇ ਵਿੱਚ ਹੀ ਚੇਂਜਿਸ ਆ ਰਹੇ ਨੇ। ਤਾਂ ਇਸ ਤਰ੍ਹਾਂ ਦਾ ਚੇਂਜ ਜਿਹਦੇ ਵਿੱਚ ਰੇਸ਼ੋ ਕੀ ਹੋਏਗੀ, ਸਾਡੇ ਕੋਲ ਸੇਮ ਹੋਏਗੀ, ਸੇਮ ਪੇਅਰ ਦੇ ਵਿੱਚ ਚੱਲਦੀ ਹੋਊਗੀ, ਉਹਨੂੰ ਅਸੀਂ ਕੀ ਬੋਲਦੇ ਹਾਂ, ਲੀਨੀਅਰ ਕੋਰਿਲੇਸ਼ਨ। Correlation is linear when one variable move with the another variable some fixed proportions। ਕਹਿੰਦੇ ਪ੍ਰਪੋਰਸ਼ਨ ਫਿਕਸ ਪ੍ਰੋਪੋਰਸ਼ਨ ਦੇ ਵਿੱਚ ਚੱਲਣਗੇ, ਵਿੱਚ ਜੋ ਫਿਕਸ ਕਰਤੀ ਉਹੀ ਰੇਸ਼ੋ ਦੇ ਨਾਲ ਉਹ ਅੱਗੇ ਕੀ ਕਰੀ ਜਾਣਗੇ, ਮੂਵ ਕਰੀ ਜਾਣਗੇ। ਨੋਨ ਲੀਨੀਅਰ ਕੋਰਿਲੇਸ਼ਨ ਜਿਹਦੇ ਵਿੱਚ ਰੇਸ਼ੋ ਚੇਂਜ ਹੋਗੀ, ਮੰਨ ਲਓ ਬੱਚੇ ਉਰੇ 2/6 ਆ ਜਾਂਦਾ, ਉਰੇ 4/6 ਆ ਜਾਂਦਾ, ਤਾਂ ਕਟਿੰਗ ਤੋਂ ਬਾਅਦ ਰੇਸ਼ੋ ਸੇਮ ਨਹੀਂ ਬਣਦੇ, ਤਾਂ ਇਹ ਕੀ ਹੋਣਗੀਆਂ ਸਾਡੇ ਕੋਲ ਨੋਨ ਲੀਨੀਅਰ ਕੋਰਿਲੇਸ਼ਨਸ ਹੋਣਗੀਆਂ। ਇਹ ਕੀ ਸੀਗਾ, ਬੇਸਡ ਚੇਂਜਿਸ ਇਨ ਅ ਪ੍ਰਪੋਰਸ਼ਨ। ਪਹਿਲਾਂ ਕੀ ਸੀ ਬੱਚੇ, ਡਾਇਰੈਕਸ਼ਨ ਦੇ ਅਕੋਰਡਿੰਗ ਦੋ ਤਰ੍ਹਾਂ ਦਾ, ਪੋਜ਼ੀਟਿਵ ਅਤੇ ਨੈਗੇਟਿਵ। ਚੇਂਜ ਇਨ ਪ੍ਰਪੋਰਸ਼ਨ ਦੋ ਤਰ੍ਹਾਂ ਦਾ, ਲੀਨੀਅਰ ਐਂਡ ਨੋਨ ਲੀਨੀਅਰ। ਨੈਕਸਟ ਹੈਗਾ ਚੇਂਜਿਸ ਇਨ ਨੰਬਰ ਆਫ ਵੇਰੀਏਬਲ।
ਨੰਬਰ ਆਫ ਵੇਰੀਏਬਲ, ਕਿੰਨੇ ਵੇਰੀਏਬਲ ਦੀ ਵਿੱਚ ਅਸੀਂ ਸਟੱਡੀ ਕਰ ਰਹੇ ਹਾਂ ਐਟ ਏ ਟਾਈਮ, ਕਿੰਨਿਆਂ ਦਾ ਆਪਸ ਦੇ ਵਿੱਚ ਰਿਲੇਸ਼ਨ ਆ ਜਿਹੜਾ ਉਹ ਚੈੱਕ ਕਰ ਰਹੇ ਹਾਂ। ਕਹਿੰਦੇ ਨੰਬਰ ਆਫ ਵੇਰੀਏਬਲ ਦੇ ਅਕੋਰਡਿੰਗ ਇਹ 3 ਤਰ੍ਹਾਂ ਦਾ ਹੁੰਦਾ, ਸਿੰਪਲ ਕੋਰਿਲੇਸ਼ਨ, ਪਾਰਸ਼ੀਅਲ ਕੋਰਿਲੇਸ਼ਨ, ਮਲਟੀਪਲ। ਕਈ ਵਾਰੀ ਕੀ ਕਰਦੇ ਵਿੱਚ ਸਮ ਬੁੱਕਸ ਦੇ ਵਿੱਚ ਮਲਟੀਪਲ ਦੇ ਵਿੱਚ ਹੀ ਪਾਰਸ਼ੀਅਲ ਨੂੰ ਕੰਸੀਡਰ ਕੀਤਾ ਜਾਂਦਾ, ਕਈ ਵਾਰੀ ਕਈ ਬੁੱਕਸ ਦੇ ਵਿੱਚ ਇਹ ਸੈਪਰੇਟ ਕਰਕੇ ਕੀਤੇ ਹੋਏ ਨੇ। ਸੋ ਹੁੰਦੇ ਬੇਸਿਕਲੀ ਸਾਡੇ ਕੋਲ 3 ਹੀ ਤਰ੍ਹਾਂ ਦੇ ਨੇ। ਸਿੰਪਲ ਕੋਰਿਲੇਸ਼ਨ ਕੀ ਹੈ ਸਾਡੇ ਕੋਲ ਬੱਚੇ, ਕਹਿੰਦੇ ਆਰ ਵੈਨ ਦੇਅਰ ਆਰ ਓਨਲੀ 2 ਵੇਰੀਏਬਲਸ, ਜਦੋਂ ਸਿਰਫ ਅਸੀਂ ਨੇ ਬੱਚੇ 2 ਵੇਰੀਏਬਲ, ਮੰਨ ਲਓ ਐਕਸ ਤੇ ਵਾਈ ਹੈ, ਸਿਰਫ 2 ਵੇਰੀਏਬਲ ਨੇ। ਇੱਕ ਸਾਡੇ ਕੋਲ ਹੈਗਾ ਇੱਕ ਵੇਟ ਆ, ਇੱਕ ਹਾਈਟ ਆ, ਸਿਰਫ 2 ਵੇਰੀਏਬਲਸ ਨੇ। ਜਦੋਂ ਇਹਨਾਂ ਦੀ ਸਟੱਡੀ ਕਰਨੀ ਆ ਬੱਚੇ, 2 ਵੇਰੀਏਬਲ ਦੀ ਸਟੱਡੀ ਐਟ ਅ ਟਾਈਮ, ਉਹਨੂੰ ਕੀ ਕਹਾਂਗੇ ਅਸੀਂ, ਸਿੰਪਲ ਕੋਰਿਲੇਸ਼ਨ। ਅੱਗੇ ਪਾਰਸ਼ੀਅਲ ਕੋਰਿਲੇਸ਼ਨ ਕੀ ਆ, ਵੈਨ ਮੋਰ ਦੈਨ 2 ਵੇਰੀਏਬਲ ਆਰ ਦੇਅਰ, ਕਹਿੰਦੇ ਵੇਰੀਏਬਲ ਕੀ ਨੇ, 2 ਤੋਂ ਜ਼ਿਆਦਾ ਨੇ, ਐਕਸ ਵਾਈ ਜ਼ੈਡ, ਮੰਨ ਲਓ ਟੀ ਵਿੱਚ 4 ਲੈ ਲਏ। ਵਟ ਐਟ ਏ ਟਾਈਮ ਦਾ ਰਿਲੇਸ਼ਨਸ਼ਿਪ ਇਜ਼ ਸਟੱਡੀਡ ਓਨਲੀ ਬਿਟਵੀਨ 2, ਪਰ ਇੱਕ ਟਾਈਮ 'ਤੇ ਅਸੀਂ ਸਿਰਫ 2 ਦੇ ਵਿੱਚ ਹੀ ਸਟੱਡੀ ਕਰਦੇ ਹਾਂ, ਮਤਲਬ ਅਸੀਂ ਐਕਸ ਤੇ ਵਾਈ ਦੇ ਵਿੱਚ ਹੀ ਦੇਖਾਂਗੇ ਕੀ ਰਿਲੇਸ਼ਨ ਆ। ਐਟ ਏ ਟਾਈਮ ਅਸੀਂ ਸਿਰਫ ਇਹੀ ਦੇ ਸਕਦੇ ਹਾਂ ਕਿ ਜ਼ੈਡ ਤੇ ਟੀ ਦੇ ਵਿੱਚ, ਸਿਰਫ ਇੱਕ ਵਾਰੀ ਦੇ ਵਿੱਚ, ਸਿਰਫ ਇੱਕ ਪੇਅਰ ਦੇ ਵਿੱਚ, ਇਹ ਜੇ 2 ਇਹ ਕਹਿ ਲਓ 2 ਵੇਰੀਏਬਲ ਦੇ ਵਿੱਚ ਹੀ ਅਸੀਂ ਕੀ ਕਰ ਸਕਦੇ ਹਾਂ, ਕੋਰਿਲੇਸ਼ਨ ਫਾਈਂਡ ਕਰ ਸਕਦੇ ਹਾਂ, ਉਹਨਾਂ ਦਾ ਰਿਲੇਸ਼ਨ ਫਾਈਂਡ ਕਰ ਸਕਦੇ ਹਾਂ ਐਟ ਏ ਟਾਈਮ, ਉਹ ਹੁੰਦਾ ਪਾਰਸ਼ੀਅਲ। ਅੱਗੇ ਹੈਗਾ ਮਲਟੀਪਲ, ਕਹਿੰਦੇ ਐਟ ਲੀਸਟ 3 ਵੇਰੀਏਬਲ ਆਰ ਸਟੱਡੀ, ਬਟ ਘੱਟੋ ਘੱਟ 3 ਵੇਰੀਏਬਲ ਵਿੱਚ ਇਹ 'ਚ ਸਟੱਡੀ ਹੋਣਗੇ। 3 ਤੋਂ ਜ਼ਿਆਦਾ ਹੋ ਸਕਦੇ ਬਟ ਘੱਟੋ ਘੱਟ 3 ਹੋਣਗੇ ਐਟ ਏ ਟਾਈਮ, ਐਕਸ ਵਾਈ ਜ਼ੈਡ, ਇੱਕੋ ਟਾਈਮ 'ਤੇ ਤਿੰਨਾਂ ਦਾ ਕੀ ਰਿਲੇਸ਼ਨ ਹੈ। ਫੋਰ ਐਗਜ਼ਾਮਪਲ ਬੱਚੇ, ਅਸੀਂ ਸਾਡੀ ਲਿਵਿੰਗ ਦੇ ਉੱਤੇ ਸਾਡੀ ਐਜੂਕੇਸ਼ਨ ਦਾ, ਸਾਡੇ ਇਨਕਮ ਦਾ, ਜਾਂ ਸਾਡੀ ਸਾਡੇ ਬੈਕਗਰਾਊਂਡ ਜਾਂ ਕਹਿ ਲਓ ਸਾਡੀ ਸੁਸਾਇਟੀ ਦਾ ਕੀ ਇਫੈਕਟ ਪੈਂਦਾ, 3 ਦੀ ਸਟੱਡੀ ਕਰ ਰਹੇ ਹਾਂ। ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਵਿੱਚ ਸ਼ੂਗਰ ਕੇਨ ਦੇ ਉੱਤੇ ਰੇਨਫਾਲ ਦਾ, ਇਰੀਗੇਸ਼ਨ ਦਾ ਕੀ ਇਫੈਕਟ ਹੋਇਆ ਸੀਗਾ ਤਾਂ ਜੋ ਉਹਦੀ ਪ੍ਰੋਡਕਸ਼ਨ ਵਧੀ। ਇੱਕੋ ਟਾਈਮ 'ਤੇ 3 ਦੀ ਸਟੱਡੀ ਕਰਨਾ, ਉਹਨੂੰ ਕੀ ਬੋਲਾਂਗੇ ਅਸੀਂ, ਮਲਟੀਪਲ ਕੋਰਿਲੇਸ਼ਨ। ਅੱਗੇ ਹੈਗਾ ਬੱਚੇ ਸਾਡੇ ਕੋਲ ਕੋਰਿਲੇਸ਼ਨ ਐਂਡ ਕੋਜੈਸ਼ਨ। ਸਾਡੇ ਕੋਲ ਕੋਰਿਲੇਸ਼ਨ ਦੇ ਬੱਚੇ ਕੋਜੈਸ਼ਨ ਦੇ ਵਿੱਚ ਕੀ ਡਿਫਰੈਂਸ ਆ, ਪਹਿਲਾਂ ਤਾਂ ਕਹਿੰਦੇ ਇੱਕ ਤਾਂ ਹੁੰਦਾ ਕੋਰਿਲੇਸ਼ਨ, ਅਸੀਂ ਇਹਦੇ ਵਿੱਚ ਇਹ ਕਿਹਾ ਬੱਚੇ ਕਿ ਇੱਕ ਵੇਰੀਏਬਲ ਦੇ ਚੇਂਜ ਹੋਣ ਨਾਲ ਦੂਸਰਾ ਵੇਰੀਏਬਲ ਚੇਂਜ ਹੋਏਗਾ, ਜਾਂ ਇਹ ਕਹਿ ਲਓ ਕਿ ਇੱਕ ਦੋਹਾਂ ਦੇ ਵਿੱਚ ਕੀ ਰਿਲੇਸ਼ਨ ਸੀ, ਕਿਹੋ ਜਿਹਾ ਰਿਲੇਸ਼ਨ ਸੀ, ਪੋਜ਼ੀਟਿਵ, ਨੈਗੇਟਿਵ, ਲੀਨੀਅਰ, ਨੋਨ ਲੀਨੀਅਰ, ਕਿਹੋ ਜਿਹਾ ਮਰਜ਼ੀ ਰਿਲੇਸ਼ਨ ਸੀ। ਪਰ ਕੋਜੈਸ਼ਨ ਕੀ ਹੁੰਦੀ ਹੈ ਬੱਚੇ, ਸਾਨੂੰ ਇਹ ਪਤਾ ਹੋਏਗਾ ਕਿ ਕਿਹਦੇ ਵਿੱਚ ਚੇਂਜ ਕਰਨ ਦੇ ਨਾਲ ਦੂਸਰੇ ਦੇ ਵਿੱਚ ਚੇਂਜ ਹੈ। ਮਤਲਬ ਜੇ ਅਸੀਂ ਕੋਰਿਲੇਸ਼ਨ ਦੀ ਗੱਲ ਕਰੀਏ, ਸਿਰਫ ਇਹਦਾ ਗ੍ਰਾਫ ਇਹ ਬਣ ਜਾਂਦਾ ਕਿ ਇਹ ਸਾਡੇ ਕੋਲ ਕੋਰਿਲੇਸ਼ਨ ਆ, ਇਹ ਨਹੀਂ ਪਤਾ ਕਿ ਇਹ ਬਸ ਇੰਨਾ ਪਤਾ ਕਿ ਪੋਜ਼ੀਟਿਵ ਡਾਇਰੈਕਸ਼ਨ ਨੂੰ ਜਾ ਰਿਹਾ, ਕਿ ਜਿਵੇਂ ਜਿਵੇਂ ਅਸੀਂ ਇੱਧਰ ਇਨਕਰੀਜ਼ ਕਰ ਰਹੇ ਹਾਂ ਤਾਂ ਇੱਧਰਲੀ ਵੈਲਿਊਜ਼ ਵੀ ਇਨਕਰੀਜ਼ ਹੁੰਦੀਆਂ ਨੇ। ਜਿਹੜਾ ਕੋਜੈਸ਼ਨ ਉਹ ਸਾਨੂੰ ਦੱਸਦਾ ਬੱਚੇ, ਕਹਿੰਦੇ ਇੱਥੇ ਐਕਸ ਆ, ਮੰਨ ਲਓ ਇੱਧਰ ਸਾਡਾ ਹਾਈਟ ਆ, ਜਿਵੇਂ ਜਿਵੇਂ ਸਾਡੀ ਹਾਈਟ ਵੱਧ ਰਹੀ ਹੈ ਉਵੇਂ ਉਵੇਂ ਸਾਡਾ weight ਵੀ ਵੱਧ ਰਿਹਾ, ਤਾਂ ਇਹ ਦੱਸ ਰਿਹਾ ਕਿ ਕਿਹੜੀਆਂ 2 ਚੀਜ਼ਾਂ ਦੇ ਵਿੱਚ ਕੀ ਆ ਰਿਲੇਸ਼ਨ ਆ, ਕਿਹੜੀ ਚੀਜ਼ ਦੇ ਵਧਣ ਨਾਲ ਕਿਹੜੀ ਚੀਜ਼ ਵੱਧ ਰਹੀ ਆ, ਕਿਹੜੀ ਚੀਜ਼ ਕਿਹਨੂੰ ਇਫੈਕਟ ਕਰ ਰਹੀ ਹੈ ਬੱਚੇ, ਉਹ ਹੁੰਦਾ ਰੀਜ਼ਨ। ਜੇ ਕਾਜ਼ ਕਰੀਏ ਅਸੀਂ ਕਿਹੜੀ ਰੀਜ਼ਨ ਵੀ ਐਕਸ ਦੇ ਵਧਣ ਨਾਲ ਵਾਈ ਵੀ ਕੀ ਹੋਇਆ, ਵਧਿਆ। ਹੁਣ ਕੋਰਿਲੇਸ਼ਨ ਕਿਹੜੇ ਕਾਰਨਾਂ ਦੇ ਕਰਕੇ ਕਿਸੇ ਚੀਜ਼ ਦੇ ਵਿੱਚ ਆਉਂਦਾ ਬੱਚੇ, ਪਹਿਲਾਂ ਤਾਂ ਹੈਗਾ ਇੰਡੀਪੈਂਡੈਂਸ ਆਫ ਵੇਰੀਏਬਲ। ਇੰਡੀਪੈਂਡੈਂਸ ਆਫ ਵੇਰੀਏਬਲ ਮਤਲਬ ਇੱਕ ਚੀਜ਼ ਦੂਸਰੇ 'ਤੇ ਡਿਪੈਂਡ ਕਰਦੀ ਹੈ। ਜਿਵੇਂ ਅਸੀਂ ਕਹੀਏ ਕਿ ਡਿਮਾਂਡ ਆ ਉਹ ਪ੍ਰਾਈਸ 'ਤੇ ਡਿਪੈਂਡ ਕਰਦੀ ਆ, ਜਿਵੇਂ ਜਿਵੇਂ ਪ੍ਰਾਈਸ ਵਧੀ ਜਾਂਦਾ ਡਿਮਾਂਡ ਘਟੀ ਜਾਂਦੀ ਹੁੰਦੀ ਆ। ਕਈ ਵਾਰੀ ਕੀ ਹੁੰਦਾ, ਪ੍ਰਾਈਸ ਦੇ ਵਧਣ ਨਾਲ ਵੀ ਡਿਮਾਂਡ ਵੱਧ ਜਾਂਦੀ ਹੈ। ਬੱਚੇ ਆਹ ਨਹੀਂ ਹੈਗੇ ਵੀ ਸਟੈਟਿਕ, ਅਸੀਂ ਫਿਕਸ ਨਹੀਂ ਹੈਗੇ ਰੱਖਣੇ ਉਵੇਂ। ਕਈ ਵਾਰੀ ਤੁਸੀਂ ਦੇਖਿਆ ਹੋਊਗਾ ਕਿ ਆਪਣੀ ਜਿਹੜੀ ਕੰਪਨੀ ਆ ਉਹ ਕਿਸੇ ਵੀ ਪ੍ਰੋਡਕਟ ਦਾ ਰੇਟ ਘਟਾ ਦਿੰਦੀ ਆ ਕਿ ਅਸੀਂ ਤੁਹਾਨੂੰ ਡਿਸਕਾਊਂਟ ਦਊਂ, ਪਰ ਉਹ ਫਿਰ ਵੀ ਨਹੀਂ ਵਿਕਦਾ, ਕਿਉਂ, ਪ੍ਰਾਈਸ ਦੇ ਘਟਣ ਨਾਲ। ਸੋ ਡਿਮਾਂਡ ਨਹੀਂ ਵੀ ਵੱਧਦੀ ਕਈ ਵਾਰੀ। ਇਹ ਹੋ ਗਿਆ ਸਾਡੇ ਕੋਲ ਕੀ ਹੋ ਗਿਆ, ਇਹ ਕੋਰਿਲੇਸ਼ਨ, ਮਤਲਬ ਆਪਸ ਦੇ ਵਿੱਚ ਉਹਨਾਂ ਦਾ ਕੀ ਲਿੰਕ ਆ, ਕਿਉਂ ਬਣਿਆ, ਕਿਉਂਕਿ ਇੱਕ ਦੂਸਰੇ 'ਤੇ ਹੋ ਕੀ ਕਰ ਰਹੇ ਸੀ, ਡਿਪੈਂਡ ਕਰ ਰਹੇ ਸੀ। ਅੱਗੇ ਕੋਰਿਲੇਸ਼ਨ ਮੇ ਬੀ ਡਿਊ ਟੂ ਦਾ ਚਾਂਸ। ਬੱਚੇ ਕਈ ਵਾਰੀ ਕੀ ਹੁੰਦਾ, ਅਸੀਂ ਕੋਰਿਲੇਸ਼ਨ ਫਿਕਸ ਨਹੀਂ ਹੁੰਦਾ, ਬਸ ਅਚਾਨਕ ਹੀ ਹੋ ਜਾਂਦਾ, ਮਤਲਬ ਪਹਿਲਾਂ ਤੋਂ ਫਿਕਸ ਨਾ ਹੋਵੇ, ਬਸ ਕਈ ਵਾਰੀ ਹੋ ਗਿਆ। ਜਿਵੇਂ ਅਸੀਂ ਕਿਹਾ, ਕਹਿੰਦੇ ਇਹਨਾਂ ਨੇ ਐਗਜ਼ਾਮਪਲ ਦਿੱਤੇ, ਜਿਵੇਂ ਕਹਿੰਦੇ ਮੰਨ ਲਓ ਸਟੂਡੈਂਟਸ ਨੇ ਕਿਸੇ ਕਲਾਸ ਦੇ ਵਿੱਚ, ਉਹਨਾਂ ਦੇ ਪੇਰੈਂਟਸ ਨੇ ਕੀ ਕੀਤਾ, ਉਹਨਾਂ ਦੀ ਪੋਕਟ ਮਨੀ ਵਧਾਤੀ, ਪਰ ਇਹ ਸ਼ਰਤ ਰੱਖਤੀ ਕਿ ਤੁਹਾਡੀ ਨਾ ਜੇ ਅਟੈਂਡੈਂਸ ਪੂਰੀ ਹੋਊਗੀ ਤਾਂ ਤੁਹਾਨੂੰ ਪੋਕਟ ਮਨੀ ਜ਼ਿਆਦਾ ਮਿਲੂਗੀ, 100 ਰੁਪਏ ਮਿਲਣਗੇ, ਤਾਂ ਉਹਨਾਂ ਦੀ ਅਟੈਂਡੈਂਸ ਵਧਣ ਲੱਗੀ। ਬੱਚੇ ਸੋਚ ਕੇ ਨਹੀਂ, ਇਹ ਬਸ ਬਾਈ ਚਾਂਸ ਹੋ ਗਿਆ, ਜੇ ਸਾਡੇ ਕੋਲ ਪੋਕਟ ਮਨੀ ਵਧੀ ਤਾਂ ਉਹਨਾਂ ਦੀ ਅਟੈਂਡੈਂਸ ਵੀ ਵੱਧ ਗਈ। ਇਹ ਹਰ ਵਾਰੀ ਐਵੇਂ ਨਹੀਂ ਹੋਊਗਾ, ਕੀ ਪਤਾ ਕਈ ਵਾਰੀ ਨਹੀਂ ਸੋਚਦੇ ਹੈਗੇ ਵੀ ਹਾਂਜੀ ਸਾਨੂੰ ਮਿਲੂਗੀ, ਲਾਲਚ ਨਹੀਂ ਕਰਨਾ, ਅਸੀਂ ਨਹੀਂ ਜਾਣਾ। ਸੋ ਜੋ ਬਾਈ ਚਾਂਸ ਹੋ ਜਾਵੇ, ਸੋਚ ਕੇ ਨਾ ਹੋਵੇ, ਬਸ ਹੋ ਗਿਆ, ਆਪਸ 'ਚ ਲਿੰਕ ਹੋ ਗਿਆ, ਉਹ ਵਾਲਾ। ਅੱਗੇ 1 ਵੇਰੀਏਬਲ ਮੇ ਐਕਟ ਔਨ ਦਾ ਅਦਰ। ਬੱਚੇ ਕਈ ਵਾਰੀ ਕੀ ਹੁੰਦਾ, ਇੱਕ ਵੇਰੀਏਬਲ ਦੂਸਰੇ 'ਤੇ ਡਿਪੈਂਡ ਕਰਦਾ, ਜਿਵੇਂ ਸਾਨੂੰ ਕਿਸੇ ਦੀ ਕਰੋਪ ਲਾਈ ਹੋਈ ਆ, ਹੁਣ ਜੇ ਵਧੀਆ ਰੇਨ ਹੋ ਜੂਗੀ, ਜਦੋਂ ਉਹਨੂੰ ਰੇਨ ਚਾਹੀਦੀ ਆ ਤਾਂ ਪੱਕਾ ਪ੍ਰੋਡਕਸ਼ਨ ਜ਼ਿਆਦਾ ਹੋਊਗੀ। ਪਰ ਕੀ ਤੁਸੀਂ ਇਹ ਕਹਿ ਸਕਦੇ ਹੋ ਕਿ ਜਦੋਂ ਬਾਈ ਚਾਂਸ ਕਿਸੇ ਸੀਜ਼ਨ ਦੇ ਵਿੱਚ ਪ੍ਰੋਡਕਸ਼ਨ ਬਹੁਤ ਵਧੀਆ ਹੋਈ ਸੀ,
ਫਿਰ ਪੱਕਾ ਉਸ ਟਾਈਮ ਰੇਨਫੋਲ ਹੋਈ ਹੋਊਗੀ, ਨਹੀਂ। ਕਹਿੰਦੇ ਇੱਕ ਚੀਜ਼ ਦੂਸਰੇ 'ਤੇ ਡਿਪੈਂਡ ਹੋ ਸਕਦੀ ਹੈ ਬਟ ਦੂਸਰੀ ਸ਼ਾਇਦ ਉਹ 'ਤੇ ਰਿਵਰਸਲੀ ਜਿਹੜੀ ਅਪਲਾਈ ਨਹੀਂ ਹੁੰਦੀ ਹੋਊਗੀ। ਇਹ ਹੁੰਦੇ ਨੇ ਬੱਚੇ ਕੋਰਿਲੇਸ਼ਨ। ਕਿਸੇ ਦੋ ਦੇ ਵਿੱਚ ਕਿਵੇਂ ਕਿਵੇਂ ਲਿੰਕ ਬਣ ਸਕਦਾ, ਜਾਂ ਤਾਂ ਇੱਕ ਦੂਸਰੇ 'ਤੇ ਡਿਪੈਂਡ ਕਰਦਾ ਹੋਊ, ਜਾਂ ਕਈ ਵਾਰੀ ਬਾਈ ਚਾਂਸ ਹੀ ਉਹ ਆਪਸ 'ਚ ਲਿੰਕ ਹੋ ਜਾਂਦੇ ਨੇ, ਕਈ ਵਾਰੀ ਇੱਕ ਚੀਜ਼ ਦੂਸਰੇ 'ਤੇ ਡਿਪੈਂਡ ਕਰਦੀ ਹੁੰਦੀ ਹੈ। ਅੱਗੇ ਹੈਗਾ ਬੱਚੇ ਕੋਰਿਲੇਸ਼ਨ। ਹੁਣ ਇਹ ਤਾਂ ਸੀਗਾ ਸਾਰਾ ਥਿਓਰੀ ਪੋਰਸ਼ਨ। ਕਹਿੰਦੇ ਹੁਣ ਕੋਰਿਲੇਸ਼ਨ ਜਦੋਂ ਫਾਈਂਡ ਕਰਨਾ ਤਾਂ ਕਿਹੜੇ ਕਿਹੜੇ ਮੈਥਡਸ ਦੇ ਨਾਲ ਅਸੀਂ ਕੋਰਿਲੇਸ਼ਨ ਫਾਈਂਡ ਕਰਾਂਗੇ। ਇਹਦੇ ਵਿੱਚ ਹੈਗੇ ਨੇ ਬੱਚੇ ਸਾਡੇ ਕੋਲ ਸਕੈਟਰ ਡਾਇਗਰਾਮ ਮੈਥਡ, ਕਰਲ ਪਿਅਰਸਨ ਮੈਥਡ ਐਂਡ ਸਪੀਅਰਮੈਨਸ ਰੈਂਕ ਕੋਰਿਲੇਸ਼ਨ, ਕੌਨਕਰੈਂਟ ਡੈਵੀਏਸ਼ਨ ਮੈਥਡ। ਦੇਖੋ ਕੌਨਕਰੈਂਟ ਸਾਡੇ ਕੋਲ ਹੈ ਨਹੀਂ ਗਾ, ਅਸੀਂ ਇਹ ਨਹੀਂ ਕਰਨਾ, ਅਸੀਂ ਸਿਰਫ ਪਹਿਲੇ 3 ਮੈਥਡ ਦੀ ਸਟੱਡੀ ਕਰਨੀ ਹੈ, ਵਿੱਚ ਸਕੈਟਰ ਡਾਇਗਰਾਮ ਮੈਥਡ। ਸਭ ਤੋਂ ਪਹਿਲਾਂ ਇਹਦੇ ਵਿੱਚ ਸਮਝਦੇ ਹਾਂ ਕੀ ਹੈ। ਕਹਿੰਦੇ ਬੱਚੇ ਸਭ ਤੋਂ ਸਿੰਪਲ ਮੈਥਡ ਆ ਕੋਰਿਲੇਸ਼ਨ ਫਾਈਂਡ ਕਰਨ ਦਾ। ਇਹਦੇ ਵਿੱਚ ਅਸੀਂ ਬਸ ਇੱਕ ਗ੍ਰਾਫ ਪਲਾਟ ਕਰਨਾ। ਗ੍ਰਾਫ ਵੀ ਇਹ ਨਹੀਂ ਹੈਗਾ ਵੀ ਸਟ੍ਰੇਟ ਲਾਈਨਸ ਜਿਵੇਂ ਜਿਵੇਂ ਪੁਆਇੰਟਸ ਆਏ ਉਹਨਾਂ ਨੂੰ ਮਿਲਾ ਕੇ, ਨਹੀਂ, ਬਸ ਜੋ ਸਾਨੂੰ ਡਾਟਾ ਦਿੱਤਾ ਉਹਦੇ ਸਿਰਫ ਪੁਆਇੰਟਸ ਪਲਾਟ ਕਰ ਦੇਣੇ, ਦੈਟਸ ਇਟ। ਉਹਨੂੰ ਅਸੀਂ ਕੀ ਬੋਲਾਂਗੇ, ਡਾਇਗਰਾਮ ਮੈਥਡ। ਕਹਿੰਦੇ ਇਹ ਸਭ ਤੋਂ ਬੈਸਟ ਮੈਥਡ, ਬੈਸਟ ਨਹੀਂ ਕਹੂੰਗੀ ਬੱਚੇ, ਸਭ ਤੋਂ ਈਜ਼ੀ ਮੈਥਡ ਕਹਿ ਸਕਦੇ ਹੋ, ਅਟਰੈਕਟਿਵ ਮੈਥਡ ਹੈ, ਕਿਉਂਕਿ ਬਹੁਤ ਈਜ਼ੀ ਹੈ ਸਾਡੇ ਕੋਲ ਇਹਨੂੰ ਫਾਈਂਡ ਕਰਨ ਦਾ। ਪਰ ਹੁਣ ਜਦੋਂ ਕਿਸੇ ਚੀਜ਼ ਦਾ ਅਸੀਂ ਗ੍ਰਾਫ ਬਣਾਉਂਦੇ ਹਾਂ ਤਾਂ ਬੱਚੇ ਗ੍ਰਾਫ ਕਈ ਤਰ੍ਹਾਂ ਦਾ ਬਣ ਸਕਦਾ, ਜਿਵੇਂ ਕਈ ਵਾਰੀ ਅਪ ਡਾਊਨਸ ਹੁੰਦੇ ਨੇ, ਜਾਂ ਸਟ੍ਰੇਟ ਲਾਈਨਸ ਦੇ ਨਾਲ ਬਣ ਸਕਦਾ, ਜਾਂ ਬਹੁਤ ਸਾਰਾ ਬਿਖਰੇਵਾਪਣ ਹੋ ਸਕਦਾ, ਕਿਤੇ ਕਿਤੇ ਕੋਈ ਪੁਆਇੰਟ ਕਿਤੇ ਪਿਆ, ਕੋਈ ਕਿਤੇ ਪਿਆ। ਤਾਂ ਉਹਨਾਂ ਦੇ ਬੇਸਿਸ 'ਤੇ ਇਹਨਾਂ ਦੀਆਂ ਅਲੱਗ-ਅਲੱਗ ਟਾਈਪਸ ਅਸੀਂ ਡਿਫਾਈਨ ਕਰ ਸਕਦੇ ਹਾਂ। ਕਹਿੰਦੇ ਬੱਚੇ ਦ ਟਰਮ ਸਕੈਟਰ ਰੈਫਰ ਟੂ ਦ ਡਿਸਪਰਸ਼ਨ ਆਫ ਦ ਡਾਟਸ ਔਨ ਅ ਗ੍ਰਾਫ। ਸਕੈਟਰ ਡਾਇਗਰਾਮ ਗਿਵਸ ਅ ਗ੍ਰਾਫ ਐਕਸਪ੍ਰੈਸ਼ਨ ਆਫ ਦ ਡਾਇਰੈਕਸ਼ਨ ਆਫ ਦ ਡਿਗਰੀ ਆਫ ਕੋਰਿਲੇਸ਼ਨ। ਕਹਿੰਦੇ ਬੱਚੇ ਜਿਹੜੀ ਡਾਇਗਰਾਮ ਆ ਉਹ ਸਾਨੂੰ ਗ੍ਰਾਫਿਕ ਰਿਪਰਜੈਂਟੇਸ਼ਨ ਦੇ ਦਿੰਦੀ ਹੈ ਦੋ ਵੇਰੀਏਬਲ ਦੀ, ਵੀ ਉਹ ਕਿੱਧਰ ਨੂੰ ਜਾ ਰਹੇ ਨੇ, ਪੋਜ਼ੀਟਿਵ ਡਿਗਰੀ ਹੈ ਕਿ ਉਹਨਾਂ ਦੀ ਨੈਗੇਟਿਵ ਡਿਗਰੀ ਆ। ਸੋ ਅਸੀਂ ਉਹਨਾਂ ਨੂੰ ਕੀ ਕਰਦੇ ਹਾਂ, ਜੋ ਵੀ ਸਾਨੂੰ ਪੁਆਇੰਟਸ ਹੁੰਦੇ ਨੇ ਉਹਨਾਂ ਨੂੰ ਅਸੀਂ ਗ੍ਰਾਫ 'ਤੇ ਕੀ ਕਰ ਲੈਂਦੇ ਹਾਂ, ਪਲਾਟ ਕਰ ਲੈਂਦੇ ਹਾਂ। ਉਸ ਤੋਂ ਬਾਅਦ ਉਹਨੂੰ ਕੀ ਕਰਦੇ ਹਾਂ, ਸੋਲਵ ਕਰਦੇ ਹਾਂ। ਉਸ ਤੋਂ ਬਾਅਦ ਬੱਚੇ ਇਹ ਜਦੋਂ ਜਿਵੇਂ ਅਸੀਂ ਗ੍ਰਾਫ ਬਣਦਾ ਤਾਂ ਉਹਨੂੰ ਉਹਦੇ ਅਕੋਰਡਿੰਗ ਅਸੀਂ 4-5 ਤਰੀਕਿਆਂ ਦੇ ਨਾਲ ਅਸੀਂ ਡਿਫਾਈਨ ਕਰ ਸਕਦੇ ਹਾਂ, ਜਾਂ ਕਹਿ ਲਓ ਕਿ ਗ੍ਰਾਫ 5 ਤਰੀਕਿਆਂ ਦੇ ਨਾਲ ਸਾਡੇ ਕੋਲ ਬਣ ਸਕਦਾ। ਪਹਿਲਾ ਹੈਗਾ ਬੱਚੇ ਪਰਫੈਕਟ ਪੋਜ਼ੀਟਿਵ ਕੋਰਿਲੇਸ਼ਨ। ਦੇਖੋ ਪਰਫੈਕਟ ਪੋਜ਼ੀਟਿਵ ਕੋਰਿਲੇਸ਼ਨ ਕੀ ਆ, ਕਹਿੰਦੇ ਇੱਕ ਵੇਰੀਏਬਲ ਆ ਸਾਡੇ ਕੋਲ ਐਕਸ ਅਤੇ ਦੂਸਰਾ ਵੇਰੀਏਬਲ ਆ ਮੰਨ ਲਓ ਬੱਚੇ ਵਾਈ। ਐਕਸ ਦੇ ਉੱਤੇ ਵਾਈ ਡਿਪੈਂਡ ਕਰਦਾ, ਜਿਵੇਂ ਜਿਵੇਂ ਤੁਸੀਂ ਐਕਸ ਨੂੰ ਵਧਾਓਗੇ ਘਟਾਓਗੇ ਉਵੇਂ ਉਵੇਂ ਵਾਈ ਵਧੇਗਾ ਜਾਂ ਘਟੂਗਾ। ਕਹਿੰਦਾ ਜੇਕਰ ਬੱਚੇ ਰਿਲੇਸ਼ਨ ਇਸ ਤਰ੍ਹਾਂ ਦਾ ਕਿ ਜੋ ਤੁਸੀਂ ਐਕਸ ਨੂੰ ਵਧਾ ਰਹੇ ਹੋ, ਮੰਨ ਲਓ ਪਹਿਲਾਂ ਐਕਸ ਦੀ ਵੈਲਿਊ 1 ਸੀ, 2 ਸੀ, 3 ਸੀ, 4 ਸੀ, ਇੱਧਰ ਵਾਈ ਦੀ ਵੈਲਿਊ ਆ ਰਹੀ ਹੈ ਸਾਡੇ ਕੋਲ 4 5 6। ਅਸੀਂ ਮੰਨ ਕੇ ਚੱਲਿਆ ਬੱਚੇ ਜਦੋਂ ਐਕਸ ਦੀ ਵੈਲਿਊ 1 ਸੀ ਉਦੋਂ ਵਾਈ ਦੀ ਵੈਲਿਊ 4 ਸੀ, 2 ਦੀ ਵੈਲਿਊ ਸੀਗੀ, ਐਕਸ ਦੀ ਵੈਲਿਊ 2 ਸੀ ਤਾਂ ਇਹਦੀ ਵਾਈ ਦੀ 5 ਸੀ, 3 ਸੀ ਤਾਂ ਇਹਦੀ ਵੈਲਿਊ 6 ਸੀ, 4 ਸੀ ਇਹਦੀ ਵੈਲਿਊ ਮੰਨ ਲਓ 8 ਸੀ। ਤਾਂ ਦੇਖੋ ਜਿਵੇਂ ਜਿਵੇਂ ਐਕਸ ਇਨਕਰੀਜ਼ ਹੋ ਰਿਹਾ ਵਾਈ ਵੀ ਕੀ ਕਰ ਰਿਹਾ, ਇਨਕਰੀਜ਼। ਅਤੇ ਕਿਸ ਤਰ੍ਹਾਂ ਇਨਕਰੀਜ਼ ਕਰ ਰਿਹਾ, ਸਿੱਧਾ ਇੱਕ ਡਾਊਟ ਲਾਈਨ ਦੇ ਵਿੱਚ, ਸਟ੍ਰੇਟ ਲਾਈਨ ਦੇ ਵਿੱਚ। ਕੋਈ ਪੁਆਇੰਟ ਐ ਨਹੀਂ ਹੈਗਾ ਵੀ ਇੱਧਰ ਉੱਧਰ, ਜੇ ਤੁਸੀਂ ਸਾਰਿਆਂ ਨੂੰ ਪੁਆਇੰਟਸ ਨੂੰ ਮਿਲਾਓਗੇ ਤਾਂ ਇੱਕ ਸਟ੍ਰੇਟ ਲਾਈਨ ਬਣਦੀ ਆ। ਇਸ ਨੂੰ ਕੀ ਬੋਲਿਆ ਜਾਂਦਾ, ਪਰਫੈਕਟ ਪੋਜ਼ੀਟਿਵ ਕੋਰਿਲੇਸ਼ਨ। ਜਦੋਂ ਕਿਸੇ ਇੱਕ ਵੇਰੀਏਬਲ ਦੇ ਇਨਕਰੀਜ਼ ਹੋਣ ਨਾਲ ਦੂਸਰਾ ਵੀ ਕੀ ਹੋਵੇ, ਇਨਕਰੀਜ਼ ਹੋਵੇ, ਪੋਜ਼ੀਟਿਵ ਡਾਇਰੈਕਸ਼ਨ ਨੂੰ ਜਾਵੇ ਅਤੇ ਸਟ੍ਰੇਟ ਲਾਈਨ 'ਚ ਜਾਵੇ, ਉਹਨੂੰ ਕੀ ਬੋਲਾਂਗੇ ਅਸੀਂ, ਪਰਫੈਕਟ ਪੋਜ਼ੀਟਿਵ ਕੋਰਿਲੇਸ਼ਨ। ਨੈਕਸਟ ਹੈਗਾ ਬੱਚੇ ਪਰਫੈਕਟ ਨੈਗੇਟਿਵ। ਦੇਖੋ ਇਹਦਾ ਆਪੋਜ਼ਿਟ ਹੋ ਜਾਊਗਾ ਫਿਰ। ਕਹਿੰਦੇ ਜਦੋਂ ਇੱਕ ਚੀਜ਼ ਦੇ ਵਧਣ ਦੇ ਨਾਲ ਦੂਸਰੀ ਚੀਜ਼ ਕੀ ਹੋਵੇ ਸਾਡੇ ਕੋਲ, ਇਹ ਕਹਿ ਲਓ ਵੀ ਡਿਕਰੀਜ਼ਿੰਗ ਫਾਰਮ 'ਚ ਆ। ਜਿਵੇਂ ਜਿਵੇਂ ਅਸੀਂ ਐਕਸ ਨੂੰ ਕੀ ਕਰ ਰਹੇ ਹਾਂ, ਸਾਡੇ ਕੋਲ ਜਦੋਂ ਬੱਚੇ ਐਕਸ 1 ਸੀ ਤਾਂ ਮੰਨ ਲਓ ਵਾਈ ਦੀ ਵੈਲਿਊ 6 ਸੀ, ਉਰੇ ਸੀ। ਜਦੋਂ ਐਕਸ 2 ਹੋਇਆ, ਇਹ ਇਨਕਰੀਜ਼ ਹੋਇਆ, ਇਹਦੀ ਵੈਲਿਊ ਉਰੇ ਹੋ ਗਈ, 3 ਹੋਇਆ ਤਾਂ ਇਹਦੀ ਵੈਲਿਊ ਉਰੇ ਹੋ ਗਈ। ਨੈਗੇਟਿਵ ਸੈਂਸ ਆ, ਮਤਲਬ ਕਿ ਇੱਕ ਦੇ ਇਨਕਰੀਜ਼ ਹੋਣ ਨਾਲ ਦੂਸਰਾ ਕੀ ਹੋ ਰਿਹਾ, ਡਿਕਰੀਜ਼ ਹੋ ਰਿਹਾ, ਬਟ ਬਣ ਕੀ ਰਹੀ ਆ, ਸਟ੍ਰੇਟ ਲਾਈਨ। ਇਹਨੂੰ ਕੀ ਬੋਲਾਂਗੇ ਅਸੀਂ, ਪਰਫੈਕਟ ਨੈਗੇਟਿਵ ਕੋਰਿਲੇਸ਼ਨ। ਇੱਕ ਦੇ ਬਦਲਣ ਨਾਲ ਦੂਸਰਾ ਕੀ ਕਰ ਰਿਹਾ, ਡਿਕਰੀਜ਼ ਹੋ ਰਿਹਾ। ਹੁਣ ਅੱਗੇ ਹੈਗਾ ਬੱਚੇ ਪੋਜ਼ੀਟਿਵ ਕੋਰਿਲੇਸ਼ਨ। ਦੇਖੋ ਇਨਕਰੀਜ਼ ਤਾਂ ਹੋਊਗਾ, ਮੰਨ ਲਓ ਇਹਦੇ ਪੁਆਇੰਟ ਸਟ੍ਰੇਟ ਲਾਈਨ 'ਚ ਨਾ ਹੋਣ, ਕੁਛ ਇਸ ਤਰ੍ਹਾਂ ਦੇ ਆ ਜਾਣ, ਵੇਟ ਸਾਡੇ ਕੋਲ ਇਨਕਰੀਜ਼ ਨਾ ਹੋ ਕੇ ਗ੍ਰਾਫ ਬਣਿਆ। ਕਹਿੰਦਾ ਬੱਚੇ ਐਕਸ ਦੀ ਵੈਲਿਊ 1 ਆ, 2 ਆ, 3 ਆ, 4 ਆ। ਇੱਧਰ ਅਸੀਂ 4 ਲੈ ਲਿਆ, 6 ਲੈ ਲਿਆ, 8 ਲੈ ਲਿਆ, 9 ਲੈ ਲਿਆ, 10 ਲੈ ਲਿਆ, ਕੁਛ ਵੀ ਪੁਆਇੰਟਸ ਲੈ ਲਏ, ਮੰਨ ਕੇ ਚੱਲਿਆ। ਕਹਿੰਦਾ ਜਦੋਂ 1 ਸੀ ਉਦੋਂ ਆਨਸਰ ਇਹਦਾ 4 ਸੀ, ਜਦੋਂ 2 ਆ ਉਦੋਂ ਆਨਸਰ ਇਹਦਾ 8 ਆ, ਜਦੋਂ 3 ਆ ਤਾਂ ਮੰਨ ਲਓ ਉਦੋਂ 9 ਆ, 4 ਆ ਤਾਂ ਉਸ ਟਾਈਮ ਕੀ ਆ ਸਾਡੇ ਕੋਲ 11 ਆ, ਕੁਛ ਇਸ ਤਰ੍ਹਾਂ। ਕਹਿੰਦੇ ਜਦੋਂ ਇਹਨਾਂ ਨੂੰ ਮਿਲਾਉਂਗੇ ਸਟ੍ਰੇਟ ਲਾਈਨ ਨਹੀਂ ਬਣ ਰਹੀ, ਬਟ ਕੀ ਹੈ ਬੱਚੇ ਜਦੋਂ ਅਸੀਂ ਇਹਨੂੰ ਦੇਖ ਰਹੇ ਹਾਂ ਤਾਂ ਸਾਨੂੰ ਇਹ ਲੱਗ ਰਿਹਾ ਵੀ ਇਨਕਰੀਜ਼ਿੰਗ ਫਾਰਮ 'ਚ ਹੀ ਆ। ਐਕਸ ਨੂੰ ਇਨਕਰੀਜ਼ ਕੀਤਾ ਤਾਂ ਵਾਈ ਵੀ ਕੀ ਹੋ ਗਈ, ਇਨਕਰੀਜ਼ ਹੋ ਗਈ, ਇੱਕ ਸੇਮ ਡਾਇਰੈਕਸ਼ਨ 'ਚ ਮੂਵ ਕਰ ਰਹੇ ਨੇ, ਉਹਨੂੰ ਅਸੀਂ ਕੀ ਬੋਲਾਂਗੇ, ਸਿਰਫ ਪੋਜ਼ੀਟਿਵ ਕੋਰਿਲੇਸ਼ਨ। ਕਹਿੰਦੇ ਇੱਕ
परफेक्ट स्ट्रेट लाइन नहीं बनती हैगी, आले दुआले जो पॉइंट हैगे ने बट उन्होंने डायरैक्शन की है सारिਆਂ ਦੀ सेम है, तो हो गया साडे कोल पॉजिटिव कोरिलेशन। सिमिलर बच्चों जे उन्होंने सारिਆਂ ਦੀ डायरैक्शन नैगेटिव फॉर्म च होंदी, मतलब डिक्रीजिंग फॉर्म च होंदी, तो उन्होंने असीं की बोल देंगे नैगेटिव कोरिलेशन। कुछ इस तरह के नाल बच्चे कि होगा साडे कोल पॉइंट्स इस तरह नहीं मूव करनगे, बट एक सिंपल स्ट्रेट लाइन नहीं बनूगी, ये होगा भी उस डायरैक्शन जिस साडे कोल मूव करते जा रहे हैं। अगली हैगी बच्चे नो कोरिलेशन। मान लो तुसीं डायग्राम बना रहे हो, कहते असीं देखिया एक्स ते वाई दे, एक्स पहलों उरे पॉइंट सी, फिर एक पॉइंट उरे आ गया, एक पॉइंट उरे आ गया, एक पॉइंट उरे आ गया, साडे कोल सारा कुछ बिखरिया पिया, मैशअप होया पिया, बहुत सारे पॉइंट्स आई जाते हैं, बट उन्होंने कोई एक लाइन नहीं बनती ना, तो सानूं तो ये पता लगता कि पॉजिटिव फॉर्म च ही आ, ਜਾਂ ਇਹ पता लगता कि वो नैगेटिव फॉर्म च है। जो सानूं ਇਹੋ ਜਿਹਾ कोई रिलेशन ना पता लगे बच्चे कि ਇਹ आपस ਦੇ ਵਿੱਚ ਕੀ ਇਫੈਕਟ ਪਾਉਂਦਾ, ਇੱਕ ਦੇ ਵਧਣ ਨਾਲ ਦੂਸਰਾ ਵੱਧ ਰਿਹਾ ਜਾਂ ਨਹੀਂ, ਇੱਕ ਦੇ ਘਟਣ ਨਾਲ ਦੂਸਰਾ ਘਟ ਰਿਹਾ ਜਾਂ ਨਹੀਂ, ਉਹਨੂੰ ਅਸੀਂ ਕੀ ਬੋਲਦੇ ਨੇ, नो कोरिलेशन। ਉਹਦੇ ਵਿੱਚ ਕੋਈ ਕੋਰਿਲੇਸ਼ਨ ਨਹੀਂ ਹੈਗਾ। ਇਹ ਸੀਗਾ ਸਾਡੇ ਕੋਲ ਸਕੈਟਰ डायग्राम। ये हुण बच्चे जो बेनीफिट्स देखिए तो यही है साडे कोल कि बहुत सिंपल आ, असी टू वेरीएबल्स नूं इहदे उत्ते बहुत ही आसानी नाल उन्हां नूं रिलेट कर सकते हैं कि पॉजिटिव ने कि नैगेटिव ने। बट जे साडे कोल बच्चे मोर दैन टू वेरीएबल आ गया, पॉसीबल ही नहीं है, क्योंकि साडे कोल ग्राफ आ, कहंदे हो टू वेरीएबल दे विच असीं फॉर्म करके फाइंड कर सकते हैं। हुण देखो एग्जाम्पल देखते हैं। फस्ट एग्जाम्पल है सानूं दे रखिया, कहंदा फॉलोइंग टेबल है द हाइट एंड वेट ऑफ द स्टूडेंट ऑफ अ क्लास। हाइट ते वेट दस रहा भी, हाइट इन्नी सी वेट इन्ना सी, हाइट इन्नी सी वेट इन्ना सी। तो हुण इहनूं प्लॉट करते हैं। की कह रहे बच्चे साडे कोल मान लो हाइट आ जी वेट आ वो इधरली साइड ते आ, हाइट साडे कोल इधरली साइड ते आ। सब तो पहला की कहंदा जो वेट 65 सी, हाइट कितनी सीगी 180, वेट 65 मान लो 65 उरे लै लिया, इत्थे सीगी 180, पॉइंट्स मार्क कर ले। कहंदे जो बच्चे सारिਆਂ ਨੂੰ प्लॉट करता, सेम इधरों वेट देखी गया, इधरों हाइट देखी गया, प्लॉट करन तो बाद देखिया आस जिहा डायग्राम बन गई। बट की ये डायग्राम तो तुसीं बच्चे दस सकते हो कि साडे कोल कोई स्ट्रेट लाइन जा रही है? नहीं, ये सारे मैशअप जे होए पे ने, कोई किते आ, कोई किते आ, कोई किते आ। सो इहदे नाल कोई स्ट्रेट लाइन नहीं हैगी। इसका मतलब असीं की कहांगे बच्चे जिहड़ा हाइट ते वेट सानूं गिवन दित्ती होई है, ये आपस दे विच कोरिलेट नहीं कर रहा, क्योंकि इन्हां दी कोई एक से डायरैक्शन सानूं पॉजिटिव जां नैगेटिव नहीं पता लग रही, तो ये कोरिलेटेड नहीं हैगी। Upward to down, it shows that with increase एक मिनट बच्चे, कैन द ग्लास एंड द डायग्राम शो दैट देयर इज अ पॉजिटिव रिलेशनशिप बिटवीन हाइट एंड वेट ऑफ द स्टूडेंट। द डॉट्स आर मूविंग अपवर्ड फ्रॉम लैफ्ट टू राइट, लैफ्ट टू राइट बच्चे मूव कर रहे हैं। एंड it show that with the increase in the height weight also increase, however this is case of limited positive correlation because the dots do not make any straight line। बच्चे ये कहते साडे कोल देखो इत्थे प्लॉट वधिया जो नहीं होए हुए, असीं प्लॉट करके देखांगे सिंपल अपने ग्राफ च, फिर देखते हैं कि साडे कोल इनक्रीज़ करते हैं या डिक्रीज़। सॉरी मैं पहला सिंपली बोलता कि साडे कोल इनक्रीज़ या डिक्रीज़ फॉर्म च नहीं है। पहला असीं देखते हैं बच्चे, मान लो उरे हैगा साडे कोल 50, उरे हैगा 55, उस तो बाद 60, 65 ये पॉइंट्स ने। तो इधर साडे कोल हैगा 150, 160, 170, 180, उस तो बाद 190 कितने पे आऊगा बच्चे। तो इन्हें की क्या कहता, पहला 65 आ तो 180, 65 तो 180 इत्थे पे मार्क किया। उस तो बाद 54 तो 150, 54 मान लो उरे आ तो 150, 50 उरे पे इत्थे आ ये पॉइंट। उस तो बाद बच्चे कहता 55 तो 158, 55 आ पे 158 मान लो उरे को होगा, असीं मान के चले। उस तो बाद कहता बच्चे 65 तो 165, 65 आई है इत्थे की होगा 165 इत्थे किते। उस तो बाद 60 तो 175, 60 तो 175 उरे। उस तो बाद बच्चे साडे कोल 54 तो 163, 54 163, 54 163 इत्थे ले लो। उस तो बाद साडे कोल हैगा बच्चे 54 तो 145, 54 तो 145 इत्थे। उस तो बाद साडे कोल हैगा बच्चे 63 तो 195, 63 195 में भी उरे किते। नैक्सट हैगा 180 65 ते 65 बच्चे 180 पहले ही प्लॉट होया होया। 50 तो 155, 50 तो 155 उरे। देखो जे असीं इन्हां नूं एक लाइन इस तरह दे नाल ड्रॉ करना चाहिए, तो हाँ जी सारे साडे कोल ये लाइन च नहीं बन रहा, इस तरह की लाइन बन रही है, मोटी जी लाइन बन रही है, बट किस फॉर्म च, इनक्रीजिंग फॉर्म च सारे। ये नहीं है कि बहुत सारे बिखरे जे पड़े ना,
ਤਾਂ ਇਹਨੂੰ ਕੀ ਬੋਲਾਂਗੇ ਅਸੀਂ, ਹਾਂਜੀ ਇਹਦੇ ਵਿੱਚ ਪੋਜ਼ੀਟਿਵ ਰਿਲੇਸ਼ਨ ਹੈਗਾ, ਜਿਵੇਂ ਜਿਵੇਂ ਹਾਈਟ ਆ ਜਾਂ ਵੇਟ ਆ ਇਨਕਰੀਜ਼ ਹੋ ਰਿਹਾ, ਹਾਈਟ ਦੂਸਰਾ ਵੇਰੀਏਬਲ ਕੀ ਹੋ ਰਿਹਾ, ਇਨਕਰੀਜ਼। ਇਹ ਸੀਗੀ ਵਿੱਚ ਸਾਡੇ ਕੋਲ ਸਕੈਟਰਡ ਡਾਇਗਰਾਮ, ਇਹ ਸੀਗਾ ਸਾਡਾ ਕੋਰਿਲੇਸ਼ਨ। ਨੈਕਸਟ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਕੈਰਲ ਪਿਅਰਸਨ ਐਂਡ ਸਪੈਰਕਮੈਨਸ ਰੈਂਕ ਮੈਥਡ। ਥੈਂਕ ਯੂ ਫॉर ਵਾचिंग।